Hello students, good morning. I am Hanish Bansal. I am your business study lecturer. ਤਾਂ ਸਟੂਡੈਂਟਸ ਅੱਜ ਆਪਾਂ ਪਹਿਲੇ ਚੈਪਟਰ ਦੇ ਕੁਐਸਚਨਸ ਕਰਨ ਜਾ ਰਹੇ ਹਾਂ। ਤੁਹਾਨੂੰ ਮੈਂ ਕਿਹਾ ਸੀਗਾ ਕਿ ਪਹਿਲਾ ਚੈਪਟਰ ਦਾ ਮਤਲਬ ਰਿਵਾਈਜ਼ ਕਰ ਲਓ ਸਾਰਾ। ਰਿਵਾਈਜ਼ ਕਰਨ ਤੋਂ ਬਾਅਦ ਉਹਦੇ ਰਿਲੇਟਡ ਆਪਾਂ ਹੁਣ MCQs ਕਰਾਂਗੇ ਜਿਹੜੇ ਪੇਪਰ ਦੇ ਵਿੱਚ ਆਉਣ ਦੇ ਚਾਂਸਸ ਹੁੰਦੇ ਨੇ, ਕਿਸ ਟਾਈਪ ਦਾ ਪੇਪਰ ਦੇ ਵਿੱਚ ਕੁਐਸਚਨ ਆ ਸਕਦੇ ਨੇ, ਕਿਸ ਟਾਈਪ ਦਾ ਤੁਹਾਡਾ ਪੇਪਰ ਸੈੱਟ ਕੀਤਾ ਜਾ ਸਕਦਾ, ਉਹ ਸਾਰੇ ਕੁਐਸਚਨ ਹੁੰਦੇ ਨੇ। ਕਦੇ ਵੀ ਬਿਜ਼ਨਸ ਸਟੱਡੀ ਦੇ ਵਿੱਚ ਡਾਇਰੈਕਟ ਕੁਐਸਚਨ ਨਹੀਂ ਪੁੱਛੇ ਜਾਂਦੇ, ਬਹੁਤ ਘੱਟ ਪੁੱਛੇ ਜਾਂਦੇ ਨੇ। ਕੁਐਸਚਨ ਨੂੰ ਘੁਮਾ ਕੇ ਪੁੱਛਿਆ ਜਾਂਦਾ ਕੁਛ ਪੇਪਰ ਦੇ ਵਿੱਚ। ਅਤੇ MCQ ਦੇ ਵਿੱਚ ਹੁੰਦਾ ਕਿ 4 ਆਪਸ਼ਨਾਂ ਹੁੰਦੀਆਂ, ਇੱਕ ਸਹੀ ਹੁੰਦਾ ਆਨਸਰ। ਦੇਖੋ ਪਹਿਲਾ ਕੁਐਸਚਨ ਕੀ ਹੈ, ਮਾਡਰਨ ਕੰਸੈਪਟ ਆਫ ਬਿਜ਼ਨਸ ਇੰਸਿਸਟ ਔਨ। ਕਹਿੰਦੇ ਮਾਡਰਨ ਕੰਸੈਪਟ ਕੀ ਹੈ ਬਿਜ਼ਨਸ ਦਾ? ਅਰਨਿੰਗ ਹੁਜ ਪ੍ਰੋਫਿਟ, ਪ੍ਰੋਵਾਈਡਿੰਗ ਸਰਵਿਸਿਜ਼, ਬੀਅਰਿੰਗ ਰਿਸਕ, ਪ੍ਰੋਫਿਟ ਵਿਦ ਸਰਵਿਸਿਜ਼। ਕਹਿੰਦੇ ਮਾਡਰਨ ਕੰਸੈਪਟ ਕੀ ਹੈ ਬਿਜ਼ਨਸ ਦਾ? ਕਹਿੰਦੇ ਪ੍ਰੋਫਿਟ ਕਮਾਉਣਾ, ਸਰਵਿਸ ਦੇਣਾ, ਰਿਸਕ ਬੀਅਰ ਕਰਨਾ, ਅਤੇ ਪ੍ਰੋਫਿਟ ਵੀ ਕਮਾਉਣਾ ਅਤੇ ਸਰਵਿਸ ਵੀ ਦੇਣਾ। ਤਾਂ ਆਨਸਰ ਆਹੀ ਆਏਗਾ, ਬਿਜ਼ਨਸ ਦਾ ਮਾਡਰਨ ਕੰਸੈਪਟ ਪ੍ਰੋਫਿਟ ਵੀ ਕਮਾਉਣਾ ਅਤੇ ਸਰਵਿਸ ਵੀ ਦੇਣਾ। ਕਲੀਅਰ ਹੈ ਗੱਲ? ਤਾਂ ਆਨਸਰ ਹੈ ਡੀ। ਹੁਣ ਕੈਨਰਾ ਬੈਂਕ ਓਪਨਡ ਏ ਨਿਊ ਬ੍ਰਾਂਚ ਇਨ ਬੈਂਗਲੋਰ। ਇਟ ਇਜ਼ ਫੁਲਫਿਲਿੰਗ ਵਿਚ ਆਫ ਦਾ ਫੋਲੋਇੰਗ ਆਰਗੇਨਾਈਜੇਸ਼ਨ ਓਬਜੈਕਟਿਵ। ਕਹਿੰਦੇ ਸਰਵਾਈਵਲ, ਪ੍ਰੋਫਿਟ, ਗਰੋਥ, ਇਨੋਵੇਸ਼ਨ। ਕਹਿੰਦੇ ਇੱਕ ਕੈਨਰਾ ਬੈਂਕ ਸੀਗਾ ਜਿਹਨੇ ਉਹ ਨਿਊ ਬ੍ਰਾਂਚ ਓਪਨ ਕੀਤੀ ਬੰਗਲੌਰ ਦੇ ਵਿੱਚ, ਠੀਕ ਹੈ। ਉਹਨੇ ਆਪਣੀ ਔਰਗੇਨਾਈਜੇਸ਼ਨ ਦੇ ਓਬਜੈਕਟਿਵ ਫੁਲਫਿਲ ਮਤਲਬ ਕਿਹੜੇ ਔਰਗੇਨਾਈਜੇਸ਼ਨ ਦੇ ਇਟ ਇਜ਼ ਫੁਲਫਿਲਿੰਗ ਵਿਚ ਆਫ ਦਾ ਫੋਲੋਇੰਗ ਔਰਗੇਨਾਈਜੇਸ਼ਨ ਓਬਜੈਕਟਿਵ। ਕਹਿੰਦੇ ਇੱਕ ਔਰਗੇਨਾਈਜੇਸ਼ਨ ਓਬਜੈਕਟਿਵ ਉਹਨਾਂ ਨੇ ਫੁਲਫਿਲ ਕੀਤੇ, ਠੀਕ ਹੈ। ਨਿਊ ਬ੍ਰਾਂਚ ਖੋਲ੍ਹ ਕੇ ਕਿਹੜਾ ਔਰਗੇਨਾਈਜੇਸ਼ਨ ਓਬਜੈਕਟਿਵ ਇਹਨੇ ਫੁਲਫਿਲ ਕੀਤਾ? ਹੁਣ ਦੇਖੋ ਤੁਹਾਨੂੰ ਪਤਾ 3 ਔਰਗੇਨਾਈਜੇਸ਼ਨ ਓਬਜੈਕਟਿਵ ਹੁੰਦੇ ਨੇਗੇ। ਇੱਕ ਤਾਂ ਸਰਵਾਈਵਲ ਹੁੰਦਾ, ਠੀਕ ਹੈ। ਇੱਕ ਜੇਕਰ ਸਰਵਾਈਵਲ ਹੋਏਗਾ ਫਿਰ ਉਸ ਤੋਂ ਬਾਅਦ ਆਪਾਂ ਪ੍ਰੋਫਿਟ ਕਮਾਵਾਂਗੇ, ਪ੍ਰੋਫਿਟ ਤੋਂ ਬਾਅਦ ਆਪਾਂ ਕੀ ਕਰਾਂਗੇ? ਗਰੋਥ ਕਰਾਂਗੇ। ਹੁਣ ਇਹਦੇ ਵਿੱਚ ਨਵੀਂ ਬ੍ਰਾਂਚ ਖੋਲ੍ਹ ਰਿਹਾ ਤਾਂ ਮਤਲਬ ਪ੍ਰੋਫਿਟ ਦੀ ਗੱਲ ਨਹੀਂ ਕਰ ਰਿਹਾ, ਕੋਈ ਸਰਵਾਈਵਲ ਦੀ ਗੱਲ ਨਹੀਂ ਕਰ ਰਿਹਾ, ਇਹਦੇ ਵਿੱਚ ਗੱਲ ਕਰ ਰਿਹਾ ਗਰੋਥ ਦੀ। ਤਾਂ ਇਸ ਲਈ ਆਨਸਰ ਆ ਜਾਊਗਾ ਗਰੋਥ। ਹਰ ਚੀਜ਼ ਨੂੰ ਕੰਸੈਪਟ ਵਾਈਜ਼ ਕੰਸੈਪਚੁਅਲ ਚੀਜ਼ਾਂ ਨਾਲ ਸਮਝਣਾ। ਦੇਖੋ ਨੈਕਸਟ ਪੁਆਇੰਟ ਆ ਜਾਂਦਾ, ਨੈਕਸਟ ਕੁਐਸਚਨ। ਐਂਡ ਦੈਨ ਨੇਮ ਦਾ ਟਾਈਪ ਆਫ ਮੈਨੂਫੈਕਚਰਿੰਗ ਇੰਡਸਟਰੀ ਇਨ which basic raw material is broken into different parts of art to produce finished goods. And then name the type of manufacturing industry ਦੱਸਣਾ। ਇਹਦੇ ਵਿੱਚ ਰੋ ਮਟੀਰੀਅਲ ਕਹਿੰਦੇ ਬਰੋਕਨ ਕਰਕੇ ਉਹਨੂੰ ਡਿਫਰੈਂਟ ਪਾਰਟ ਦੇ ਵਿੱਚ ਪ੍ਰੋਡਿਊਸ ਕਰਕੇ ਫਿਨਿਸ਼ ਗੁੱਡਸ ਬਣਾ ਦਿੱਤੀ ਜਾਂਦੀ ਹੈ। ਤਾਂ ਕਿਹੜਾ ਪਾਰਟ ਹੁੰਦਾ? ਤਾਂ ਉਹਨੂੰ ਬੋਲਦੇ ਨੇ ਐਨਾਲੀਟੀਕਲ। ਧਿਆਨ ਨਾਲ ਸੁਣੋ, ਐਨਾਲੀਟੀਕਲ। ਦੇਖੋ ਸਟੂਡੈਂਟਸ ਜਿਹੜਾ ਕੁਐਸਚਨ ਆਪਾਂ ਕਰ ਰਹੇ ਸੀਗੇ ਉਹਦੇ ਵਿੱਚ ਦੇਖੋ ਐਨਾਲੀਟੀਕਲ ਇੰਡਸਟਰੀ ਦਾ ਬੇਸਿਕ ਰੋ ਮਟੀਰੀਅਲ ਇਜ਼ ਬਰੋਕਨ ਇਨਟੂ ਡਿਫਰੈਂਟ ਪਾਰਟਸ ਟੂ ਪ੍ਰੋਡਿਊਸ ਫਿਨਿਸ਼ ਪ੍ਰੋਡਕਟ। ਕਹਿੰਦੇ ਐਨਾਲੀਟੀਕਲ ਇੰਡਸਟਰੀ ਦੀ ਐਗਜ਼ਾਮਪਲ ਹੈ ਜਿਹਦੇ ਵਿੱਚ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਟਾਈਪਸ ਆਉਂਦੇ ਜਿਹਦੇ ਵਿੱਚ ਐਨਾਲੀਟੀਕਲ ਇੰਡਸਟਰੀ ਵੀ ਇਹਦੇ ਵਿੱਚ ਆ ਜਾਂਦੀ ਆ। ਸਮਝ ਆ ਗਈ ਸਟੂਡੈਂਟਸ? ਤਾਂ ਹੁਣ ਤਾਂ ਤੁਹਾਨੂੰ ਖੁਦ ਨੂੰ ਪਤਾ ਲੱਗ ਗਿਆ ਹੋਊਗਾ ਕਿ ਇਕੱਲੀ ਡੈਫੀਨੇਸ਼ਨ ਕਿੰਨੀ ਇੰਪੋਰਟੈਂਟ ਹੋ ਜਾਂਦੀ ਹੈ ਯਾਦ ਕਰਨੀ। ਤਾਂ ਇਹਦੇ ਵਿੱਚ ਦੇਖੋ ਵਿੱਚ ਲਾਈਨ ਹੀ ਪੁੱਛ ਲਈ ਤਾਂ ਕਿਹੜਾ ਪੁਆਇੰਟ ਆਏਗਾ? ਐਨਾਲੀਟੀਕਲ। ਜੇ ਤੁਹਾਨੂੰ ਇਹਦਾ ਮੀਨਿੰਗ ਕਲੀਅਰ ਹੋਏਗਾ ਤਾਂ ਤੁਸੀਂ ਇਹ ਦੱਸ ਸਕਦੇ ਹੋ। ਕਲੀਅਰ ਹੈ ਗੱਲ? ਜਿਹਦੇ ਵਿੱਚ ਐਗਜ਼ਾਮਪਲ ਪੈਟਰੋਲੀਅਮ, ਡੀਜ਼ਲ, ਕਰੈਸੋਇਲ ਆਇਲ, ਠੀਕ ਹੈ, ਸਾਰੇ ਆ ਜਾਂਦੇ ਨੇ। ਦੇਖੋ ਸਟੂਡੈਂਟਸ ਨੈਕਸਟ ਕੁਐਸਚਨ। ਐਂਡ ਦੈਨ ਨੇਮ ਦਾ ਸਰਵਿਸ ਵਿਚ ਪ੍ਰੋਵਾਈਡ ਨੌਲੇਜ ਅਬਾਊਟ ਨਿਊ ਪ੍ਰੋਡਕਟਸ ਟੂ ਕਸਟਮਰ। ਕਹਿੰਦੇ ਇੱਕ ਇਹੋ ਜਿਹੀ ਸਰਵਿਸ ਦੱਸੋ ਜਿਹਦੇ ਵਿੱਚ ਨੌਲੇਜ ਪ੍ਰੋਵਾਈਡ ਹੋਵੇ ਨਿਊ ਪ੍ਰੋਡਕਟ ਬਾਰੇ, ਟੂ ਕਸਟਮਰ ਨੂੰ ਦੱਸੀ ਜਾਵੇ। ਤਾਂ ਕਿਹੜੀ ਸਰਵਿਸ ਹੈ ਜਿਹਦੇ ਵਿੱਚ ਨਵੇਂ ਪ੍ਰੋਡਕਟ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ? ਤਾਂ ਟਰਾਂਸਪੋਰਟੇਸ਼ਨ 'ਚ ਕੋਈ ਪ੍ਰੋਡਕਟ ਬਾਰੇ ਜਾਣਕਾਰੀ ਨਹੀਂ, ਬੈਂਕਿੰਗ 'ਚ ਵੀ ਨਹੀਂ ਜਾਣਕਾਰੀ, ਇੰਸ਼ੋਰੈਂਸ 'ਚ ਵੀ ਨਹੀਂ ਜਾਣਕਾਰੀ, ਐਡਵਰਟਾਈਜ਼ਮੈਂਟ ਦਾ ਆਨਸਰ ਆ ਜਾਏਗਾ ਜਿਹਦੇ ਵਿੱਚ ਨਵੇਂ ਪ੍ਰੋਡਕਟ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਕਲੀਅਰ ਹੈ ਗੱਲ ਸਟੂਡੈਂਟਸ? ਅੱਗੇ ਦੇਖੋ ਕਹਿੰਦੇ ਔਨ ਵਿਚ ਡੇਟ ਦਾ ਮੇਕ ਇਨ ਇੰਡੀਆ ਪ੍ਰੋਜੈਕਟ ਵਾਜ਼ ਲੌਂਚਡ। ਕਹਿੰਦੇ ਮੇਕ ਇਨ ਇੰਡੀਆ ਪ੍ਰੋਜੈਕਟ ਕਦੋਂ ਲੌਂਚ ਹੋਇਆ? ਇਹ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਡੇਟ, ਇਹਦੇ ਵਿੱਚ ਕੋਈ ਲੌਜਿਕ ਨਹੀਂ। ਮੇਕ ਇਨ ਇੰਡੀਆ ਜਦੋਂ ਪ੍ਰੋਜੈਕਟ ਆਇਆ ਸੀਗਾ ਉਹ 25 ਸਤੰਬਰ 2014 ਨੂੰ ਆਇਆ ਸੀ, ਇਹ ਯਾਦ ਰੱਖਣਾ। ਜਿਹੜਾ ਮੇਕ ਇਨ ਇੰਡੀਆ ਦਾ ਪ੍ਰੋਜੈਕਟ ਆਇਆ ਸੀ ਉਹ 25 ਸਤੰਬਰ 2014 ਨੂੰ ਆਇਆ ਸੀ। ਬਾਇੰਗ ਐਂਡ ਸੈਲਿੰਗ ਆਫ ਗੁੱਡਸ within the geographical limit of the company is known as। ਕਹਿੰਦੇ ਬਾਇੰਗ ਅਤੇ ਸੈਲਿੰਗ ਆਫ ਗੁੱਡਸ within the geographical limit of the company is known as। ਕਹਿੰਦੇ ਇਹ ਕਿਹੜੀ ਹੈ?
ਹੁਣ ਆਪਾਂ ਕੋਈ ਚੀਜ਼ ਖਰੀਦਿਆ ਵੇਚਦੇ ਹਾਂ ਜੋਗਰਾਫੀਕਲ ਲਿਮਿਟ ਦੇ ਵਿੱਚ, ਤਾਂ ਹੁਣ ਜੋਗਰਾਫੀਕਲ ਲਿਮਿਟ 'ਚ ਖਰੀਦਣਾ ਮਤਲਬ ਦੇਸ਼ ਦੇ ਅੰਦਰ ਖਰੀਦ ਰਿਹਾ, ਤਾਂ ਮਤਲਬ ਕੀ ਹੋਊਗਾ, ਇੰਟਰਨਲ ਟਰੇਡ ਹੋਊਗਾ। ਸਿੰਪਲ ਹੈ, ਜਦੋਂ ਆਪਾਂ ਦੇਸ਼ ਦੇ ਵਿੱਚ ਕੋਈ ਵੀ ਚੀਜ਼ ਖਰੀਦਿਆ ਵੇਚਦੇ ਹਾਂ ਤਾਂ ਉਹ ਆਪਣੀ ਕੀ ਹੋਏਗੀ, ਇੰਟਰਨਲ ਟਰੇਡ ਹੋਏਗੀ। ਤਾਂ ਕਲੀਅਰ ਹੋ ਗਿਆ ਸਾਰਿਆਂ ਨੂੰ ਸਟੂਡੈਂਟਸ। ਅੱਗੇ ਦੇਖੋ, ਕਹਿੰਦੇ ਉਸ ਤੋਂ ਬਾਅਦ ਅਰਥਕੁਏਕ ਕਮਜ਼ ਅੰਡਰ ਵਿਚ ਟਾਈਪ ਆਫ ਰਿਸਕ। ਸਿੰਪਲ ਹੈ, ਅਰਥਕੁਏਕ ਵਾਲਾ ਆਪਾਂ ਕਿਹਦੇ ਵਿੱਚ ਪੜ੍ਹਿਆ ਸੀ, ਨੈਚੁਰਲ ਰਿਸਕ 'ਚ ਪੜ੍ਹਿਆ ਸੀ, ਨੈਚੁਰਲ ਕੋਜ਼ਸ, ਫਿਰ ਨੈਚੁਰਲ ਇਹਦੇ ਅੰਦਰ ਆਨਸਰ ਆ ਜਾਏਗਾ। ਨੇਮ ਦਾ ਰਿਵਾਰਡ ਵਿਚ ਬਿਜ਼ਨਸਮੈਨ ਗੈਟ ਟੂ ਬੀਅਰ ਦਾ ਰਿਸਕ। ਕਹਿੰਦੇ ਕੋਈ ਰਿਵਾਰਡ ਦਾ ਨਾਮ ਦੱਸੋ ਜਿਹਦੇ ਵਿੱਚ ਬਿਜ਼ਨਸਮੈਨ ਗੈਟ ਟੂ ਬੀਅਰ ਰਿਸਕ। ਤਾਂ ਹੁਣ ਸਿੰਪਲ ਹੈ, ਜਦੋਂ ਕੋਈ ਬਿਜ਼ਨਸਮੈਨ ਰਿਸਕ ਬੀਅਰ ਕਰੇਗਾ ਤਾਂ ਉਹਨੂੰ ਕਿਹੜਾ ਰਿਵਾਰਡ ਮਿਲੇਗਾ, ਪ੍ਰੋਫਿਟ ਮਿਲੇਗਾ। ਜਿੰਨਾ ਜ਼ਿਆਦਾ ਰਿਸਕ ਲਵਾਂਗੇ ਉਨਾ ਜ਼ਿਆਦਾ ਪ੍ਰੋਫਿਟ ਹੋਏਗਾ, ਇਹ ਤਾਂ ਤੁਹਾਨੂੰ ਕਲੀਅਰ ਹੀ ਹੈ। ਅੱਗੇ ਦੇਖੋ, ਟਿੰਬਰ ਇੰਡਸਟਰੀ ਇਜ਼ ਵਿਚ ਟਾਈਪ ਆਫ ਇੰਡਸਟਰੀ। ਟਿੰਬਰ ਦਾ ਮਤਲਬ ਹੁੰਦਾ ਲੱਕੜੀ, ਠੀਕ ਹੈ। ਇਹ ਜੋ ਤੁਹਾਨੂੰ ਪਤਾ ਲੱਕੜੀ ਇੱਕ ਬੇਸਿਕ ਹੁੰਦਾ ਹੈ, ਤਾਂ ਹੁਣ ਇਹ ਕਿਉਂਕਿ ਕੁਦਰਤ ਦੁਆਰਾ ਬਣਾਈ ਗਈ ਹੈ ਤਾਂ ਇਸ ਲਈ ਪ੍ਰਾਇਮਰੀ ਆ ਜਾਊਗੀ। ਕਲੀਅਰ ਹੈ ਗੱਲ ਸਟੂਡੈਂਟਸ। ਅੱਗੇ ਦੇਖੋ, ਪਲਾਂਟਿੰਗ ਸੈਂਪਲਿੰਗ ਐਂਡ ਪਲਾਂਟਸ ਇਜ਼ ਰਿਲੇਟਡ ਟੂ ਵਿਚ ਟਾਈਪ ਆਫ ਇੰਡਸਟਰੀ। ਕਹਿੰਦੇ ਪਲਾਂਟਿੰਗ ਸੈਂਪਲਿੰਗ ਐਂਡ ਪਲਾਂਟਸ ਇਜ਼ ਰਿਲੇਟਡ ਟੂ ਵਿਚ ਟਾਈਪ ਆਫ ਇੰਡਸਟਰੀ। ਕਿਹੜੇ ਟਾਈਪ ਦੇ ਆਫ ਇੰਡਸਟਰੀ ਹੈ, ਮੈਨੂਫੈਕਚਰਿੰਗ, ਕੰਸਟਰਕਸ਼ਨ, ਜੈਨੇਟਿਕ, ਐਕਸਟ੍ਰੈਕਟਿਵ। ਕਹਿੰਦੇ ਸਿੰਪਲ ਹੈ, ਦੇਖੋ ਪਲਾਂਟਿੰਗ ਆਪਾਂ ਨੇ ਕੀਤੀ ਹੈ ਅਤੇ ਪਲਾਂਟਿੰਗ ਸੈਂਪਲਿੰਗ ਕੀਤੀ ਹੈ, ਸੈਪਲਿੰਗਸ ਐਂਡ ਪਲਾਂਟ ਇਜ਼ ਰਿਲੇਟਡ ਕਿਹੜੀ ਟਾਈਪ ਦੀ ਇੰਡਸਟਰੀ ਹੋਏਗੀ, ਜੈਨੇਟਿਕ ਹੋਏਗੀ। ਦੇਖੋ ਮੈਂ ਤੁਹਾਨੂੰ ਦੱਸਦਾ, ਦੇਖੋ ਸਟੂਡੈਂਟ ਜੈਨੇਟਿਕ ਇੰਡਸਟਰੀ 'ਚ ਕੀ ਹੈ, the industry involved in the activities of rearing and breeding of living organism, birds, plants, animal are known as genetic industry। ਕਿ ਲਿਵਿੰਗ ਔਰਗੈਨਿਜ਼ਮ ਜਿਹੜੇ ਬਰਡਸ, ਪਲਾਂਟ ਅਤੇ ਪਲਾਂਟ ਪੁੱਛਿਆ ਸੀਗਾ ਤਾਂ ਇਸ ਲਈ ਜੈਨੇਟਿਕ ਹੈ। ਸਮਝ ਆ ਗਈ ਸਟੂਡੈਂਟਸ। ਹੁਣ ਲਿਵਿੰਗ ਔਰਗੈਨਿਜ਼ਮ ਤੋਂ ਆਪਾਂ ਨੂੰ ਕੋਈ ਚੀਜ਼ ਮਿਲ ਰਹੀ ਹੈ ਤਾਂ ਉਹਨੂੰ ਕੀ ਬੋਲਦੇ ਨੇ, ਜੈਨੇਟਿਕ ਇੰਡਸਟਰੀ। ਤਾਂ ਤੁਹਾਨੂੰ ਉਹ ਪੁਆਇੰਟ ਕਲੀਅਰ ਹੋ ਗਿਆ ਹੋਊਗਾ। ਇਕੱਲੀ ਚੀਜ਼ ਸਮਝਾਈ ਹੋਈ ਹੈ ਤਾਂ ਹੀ ਤੁਸੀਂ ਇਹ ਚੀਜ਼ ਕਰ ਪਾਉਂਦੇ ਹੋ, ਠੀਕ ਹੈ। ਇਹ ਜਿੰਨੀਆਂ ਵੀ ਚੀਜ਼ਾਂ ਤੁਸੀਂ ਪੜ੍ਹੀਆਂ ਨੇ ਇਹਦੇ ਵੀ ਕੰਸੈਪਟ ਦੇ ਬੇਸਿਸ ਹੀ ਕੁਐਸਚਨਸ ਹੁੰਦੇ ਨੇ, ਠੀਕ ਹੈ। ਜੋ ਤੁਸੀਂ ਸਹੀ ਆਨਸਰ ਦੇਣਾ ਹੁੰਦਾ, ਆਪਣੇ ਮਾਈਂਡ ਨੂੰ ਥੋੜ੍ਹਾ ਜਿਹਾ ਸ਼ਾਰਪ ਕਰੋ। ਅੱਗੇ ਦੇਖੋ, ਨੈਕਸਟ ਕੁਐਸਚਨ ਆ ਜਾਂਦਾ, ਦਾ ਹੁੰਡੀਜ਼ ਵਿਚ ਇਜ਼ ਪੇਬਲ ਟੂ ਦਾ ਹੋਲਡਰ ਔਰ ਬੀਅਰਰ ਇਜ਼ ਕੋਲਡ। ਕਹਿੰਦੇ ਹੁੰਡੀ ਕੀ ਵਿਚ ਇਜ਼ ਪੇਬਲ ਟੂ ਦਾ ਹੋਲਡਰ, ਤਾਂ ਕਿਹੜਾ ਪੁਆਇੰਟ ਆ ਜਾਂਦਾ, ਫਿਰ ਜੋਗ ਹੁੰਡੀ ਜੇ ਤਾਂ ਆਪਾਂ ਪੜ੍ਹੇ ਹੀ ਨਹੀਂ ਕਦੇ, ਠੀਕ ਹੈ। ਦਰਸ਼ਨ ਜੋਗ ਹੁੰਡੀ ਹੈ, ਇਹ ਹੁਣ ਪੇਬਲ ਇਜ਼ ਹੋਲਡਰ ਟੂ ਬੀਅਰ ਵਾਲਾ ਨਹੀਂ ਹੈਗਾ, ਧਨੀ ਜੋਗ ਹੁੰਡੀਜ਼ ਅਤੇ ਨਾਮ ਜੋਗ ਹੁੰਡੀਜ਼। ਹੁਣ ਮੈਂ ਤੁਹਾਨੂੰ ਇਹਦਾ ਸਹੀ ਆਨਸਰ ਦੱਸਦਾ। ਦੇਖੋ ਸਟੂਡੈਂਟਸ, ਮੈਂ ਤੁਹਾਨੂੰ ਹੁੰਡੀਜ਼ ਦੇ ਨਾਮ ਇੱਥੇ ਕਰਾਏ ਸੀ, ਧਨੀ ਜੋਗ, ਸਹੀ ਜੋਗ, ਫਿਰਮੈਨ ਜੋਗ ਪੜ੍ਹਿਆ ਇੱਥੇ, ਅਤੇ ਇਹ ਸਾਰੇ ਪੜ੍ਹਾਏ ਸੀ। ਹੁਣ ਜਿਹੜਾ ਵੀ ਉਹ 'ਚ ਕਿਹਾ ਪੇਬਲ ਵਾਲਾ, ਪੇਬਲ ਟੂ ਐਨੀ ਪਰਸਨ, ਇਟ ਇਜ਼ ਪੇਬਲ ਟੂ ਐਨੀ ਪਰਸਨ, ਕੋਈ ਪੇਬਲ ਆਪਾਂ ਕਰਦੇ ਹਾਂ ਕਿਸੇ ਐਨੀ ਪਰਸਨ ਨੂੰ, ਉੱਥੇ ਹੁਣ ਕੁਐਸਚਨ 'ਚ ਇਹੀ ਗੱਲ ਕਹੀ ਸੀ। ਦੇਖੋ ਸਟੂਡੈਂਟਸ, ਪੇਬਲ ਟੂ ਦਾ ਹੋਲਡਰ ਔਰ ਬੀਅਰਰ, ਕਿਸੇ ਨੂੰ ਵੀ ਆਪਾਂ ਪੇਬਲ ਕਰਦੇ ਹਾਂ ਤਾਂ ਇਹ ਧਨੀ ਜੋਗ ਹੁੰਡੀਜ਼ ਆ ਜਾਂਦਾ। ਕਲੀਅਰ ਹੈ ਗੱਲ ਸਟੂਡੈਂਟਸ। ਅੱਗੇ ਦੇਖੋ, ਮੈਰੀਟਾਈਮ rotates linked from east to west by sea and were used for trade of species known as, and silk ਆਏਗਾ, ਸਪਾਈਸ ਆਏਗਾ, ਸੀ ਆਏਗਾ। ਕਹਿੰਦੇ ਹੁਣ ਮੈਰੀਟਾਈਮ ਰੂਟਸ ਹੈ ਜਿਹਦੇ ਵਿੱਚ ਕੀ ਹੈ, ਈਸਟ ਤੋਂ ਵੈਸਟ ਜਾ ਰਹੀ ਹੈ ਕੋਈ, ਠੀਕ ਹੈ। ਅਤੇ ਇਹ ਹੁਣ ਟਰੇਡ ਆਪਾਂ ਸਪੈਸੀਫਿਕ ਇਹਨੂੰ ਆਪਾਂ ਸਪਾਈਸ ਰੂਟ ਬੋਲਾਂਗੇ ਇਹਨੂੰ। ਕਲੀਅਰ ਹੈ ਗੱਲ। ਹੁਣ ਜੇ ਆਪਾਂ ਸਿੰਪਲ ਹੈ, ਜੇ ਟਰੇਡ ਆਫ ਸਪਾਈਸ ਨੋਨ ਐਂਡ ਸਪਾਈਸ ਰੂਟ ਹੀ ਹੋਊਗਾ। ਕਲੀਅਰ ਹੈ ਗੱਲ। ਹੁੰਡੀ ਪੇਬਲ ਔਰ ਹੁਣ ਕਿਉਂਕਿ ਇਹ 'ਚ ਸਿਲਕ ਬਾਰੇ ਕੋਈ ਗੱਲ ਨਹੀਂ, ਸੀ ਰੂਟ ਦੀ ਬਾਰੇ, ਠੀਕ ਹੈ। ਇਸ ਲਈ ਇਹਨਾਂ ਨੇ ਸਪਾਈਸਿਸ ਪੁੱਛਿਆ ਸੀ ਤਾਂ ਸਪਾਈਸ ਰੂਟ ਹੈ ਇਹਦੇ 'ਚ ਆ ਜਾਏਗਾ। ਹੁੰਡੀ ਪੇਬਲ ਔਨ ਐਕਸਪਾਇਰੀ ਆਫ ਫਿਕਸ ਪੀਰੀਅਡ ਆਫ ਟਾਈਮ ਟੂ ਐਨੀ ਪਰਸਨ ਇਜ਼ ਕੋਲਡ। ਤੁਹਾਨੂੰ ਪਤਾ ਹੈ ਜਦੋਂ ਕੋਈ ਹੁੰਡੀ ਪੇਬਲ ਹੁੰਦੀ ਹੈ ਤਾਂ ਧਨੀ ਜੋਗ ਮੁੱਦਤੀ ਹੁੰਡੀ ਬੋਲਦੇ ਆ। ਅੱਗੇ ਆ ਜਾਂਦਾ ਦੇਖੋ,
ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਬਿਜ਼ਨਸ ਐਕਟੀਵਿਟੀ, ਕਹਿੰਦੇ ਇਹਦੇ ਵਿੱਚ ਕਿਹੜੀ ਬਿਜ਼ਨਸ ਐਕਟੀਵਿਟੀ ਨਹੀਂ ਹੈ। ਬਾਇੰਗ ਔਰ ਸੈਲਿੰਗ ਆਫ ਹਾਊਸ ਬਾਏ ਏ ਪ੍ਰੋਪਰਟੀ ਡੀਲਰ, ਬਾਇੰਗ ਔਰ ਸੈਲਿੰਗ ਆਫ ਕਾਰਸ ਬਾਏ ਏ ਕਾਰ ਡੀਲਰ, ਠੀਕ ਹੈ। ਸੈਲਿੰਗ ਐਨ ਓਲਡ ਹਾਊਸ ਟੂ ਬਾਏ ਏ ਨਿਊ ਹਾਊਸ ਬਾਏ ਮੋਹਿਤ, ਤਾਂ ਇਹ ਬਿਜ਼ਨਸ ਨਹੀਂ ਹੈਗਾ। ਤੁਹਾਨੂੰ ਪਤਾ ਪੁਰਾਣਾ ਘਰ ਵੇਚਿਆ ਆਪਾਂ ਨੇ, ਨਵਾਂ ਖਰੀਦ ਲਿਆ, ਤਾਂ ਇਹ ਬਿਜ਼ਨਸ ਨਹੀਂ ਹੈਗਾ, ਬਾਕੀ ਸਾਰੇ ਬਿਜ਼ਨਸ ਸੀਗੇ। ਅੱਗੇ ਆਉਂਦਾ ਸਰਵਿਸ ਆਫ ਕਮਰਸ ਵਿਚ ਪ੍ਰੋਵਾਈਡ ਪ੍ਰੋਟੈਕਸ਼ਨ ਟੂ ਬਿਜ਼ਨਸਮੈਨ ਇਜ਼ ਕੋਲਡ, ਇਹਦੇ ਕੋਈ ਪ੍ਰੋਟੈਕਸ਼ਨ ਪ੍ਰੋਵਾਈਡ ਕਰ ਰਿਹਾ, ਠੀਕ ਹੈ। ਤਾਂ ਕਿਹੜੀ ਸਰਵਿਸਿਜ਼ ਹੈ, ਇੰਸ਼ੋਰੈਂਸ। ਸਮਝ ਆਈ ਗੱਲ ਸਾਰਿਆਂ ਨੂੰ। ਅੱਗੇ ਦੇਖੋ, ਐਥਿਕਸ ਆਰ ਮੋਸਟ ਇੰਪੋਰਟੈਂਟ ਇਨ, ਇਹਦੇ ਐਥਿਕਸ ਆਰ ਮੋਸਟ ਇੰਪੋਰਟੈਂਟ ਬਿਜ਼ਨਸ ਇੰਪਲੋਇਮੈਂਟ ਪ੍ਰੋਫੈਸ਼ਨ ਆਲ ਦਾ ਅਬਵ, ਕਹਿੰਦੇ ਐਥਿਕਸ ਜ਼ਿਆਦਾਤਰ ਹਮੇਸ਼ਾ ਪ੍ਰੋਫੈਸ਼ਨ 'ਚ ਹੁੰਦੇ ਨੇ, ਕਿਉਂਕਿ ਆਪਾਂ ਨੂੰ ਪ੍ਰੋਫੈਸ਼ਨ 'ਚ ਹੀ ਪਤਾ ਹੁੰਦਾ ਹੈ ਕਿ ਕਿਹੜੇ ਕੰਮ ਆਪਾਂ ਐਥਿਕਲੀ ਤੌਰ 'ਤੇ ਕਰਨੇ ਆ, ਨਹੀਂ ਕਰਨੇ। ਇਕਨੋਮਿਕ ਐਕਟੀਵਿਟੀਜ਼ ਵਿਚ ਕੈਨ ਬੀ ਕੈਰੀਡ ਔਨ ਵਿਦਾਊਟ ਐਨੀ ਮਿਨੀਮਮ ਕੁਆਲੀਫਿਕੇਸ਼ਨ, ਕਹਿੰਦੇ ਕੋਈ ਵੀ ਕੁਆਲੀਫਿਕੇਸ਼ਨ ਦੀ ਲੋੜ ਨਹੀਂ, ਬਿਜ਼ਨਸ ਹੁੰਦਾ। ਪ੍ਰੋਫੈਸ਼ਨ 'ਚ ਲੋੜ ਹੈ, ਇੰਪਲੋਇਮੈਂਟ 'ਚ ਲੋੜ ਹੈ, ਪਰ ਬਿਜ਼ਨਸ ਨਹੀਂ। ਰਿਵਾਰਡ ਫॉर ਪ੍ਰੋਫੈਸ਼ਨ ਇਜ਼ ਕੋਲਡ, ਰਿਵਾਰਡ ਫॉर ਪ੍ਰੋਫੈਸ਼ਨ ਇਜ਼ ਕੋਲਡ ਕੀ ਹੈ। ਹੁਣ ਜੇਕਰ ਆਪਾਂ ਨੂੰ ਪ੍ਰੋਫੈਸ਼ਨ ਦੇ ਵਿੱਚ ਆਪਾਂ ਨੂੰ ਕੋਈ ਰਿਵਾਰਡ ਮਿਲੇ ਤਾਂ ਆਪਾਂ ਨੂੰ ਕੀ ਮਿਲਦਾ, ਪ੍ਰੋਫਿਟ ਕਦੇ ਨਹੀਂ ਮਿਲਦਾ, ਸੈਲਰੀ ਕਦੇ ਨਹੀਂ ਮਿਲਦੀ। ਪ੍ਰੋਫੈਸ਼ਨ 'ਚ ਆਪਾਂ ਨੂੰ ਰਿਵਾਰਡ ਹਮੇਸ਼ਾ ਫੀਸ ਮਿਲਦੀ ਆ। ਕੋਈ ਵਕੀਲ ਹੈ, ਚਾਹੇ ਕੋਈ ਚਾਰਟਰਡ ਅਕਾਊਂਟੈਂਟ ਹੈ, ਉਹ ਹਮੇਸ਼ਾ ਫੀਸ ਲੈਂਦਾ, ਨਾ ਕਿ ਪ੍ਰੋਫਿਟ 'ਤੇ ਸੈਲਰੀ ਲੈਂਦਾ। ਕਲੀਅਰ ਹੈ ਗੱਲ ਸਟੂਡੈਂਟਸ। ਅੱਗੇ ਦੇਖੋ ਸਟੂਡੈਂਟਸ, ABC Limited is charging very low price which is just covering their cost so that it can remain in competitive market. ABC Limited is achieving which organization objective, ਕਹਿੰਦੇ ABC ਚਾਰਜ ਲੋ ਪ੍ਰਾਈਸ ਦੇ ਉੱਤੇ ਉਹ ਚਾਰਜ ਕਰ ਰਹੀ ਹੈ, ਅਤੇ ਉਹ ਆਪਣੇ ਜਸਟ ਕੋਸਟ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੰਪੀਟੀਟਿਵ ਮਤਲਬ ਇੱਥੋਂ ਪਤਾ ਲੱਗ ਰਿਹਾ ਕਿ ਉਹ ਸਰਵਾਈਵ ਕਰ ਰਹੀ ਹੈ, ਤਾਂ ਸਰਵਾਈਵ ਆਨਸਰ ਆ ਜਾਏਗਾ। ਕਲੀਅਰ ਹੈ ਸਟੂਡੈਂਟਸ। ਦੇਖੋ ਸਟੂਡੈਂਟਸ, ਜਿਹੜੇ MCQs ਨੇ ਤੁਹਾਡੀ ਬੁੱਕ 'ਚ ਵੀ ਨਹੀਂ ਹੈਗੇ, ਐਕਸਟਰਾ ਮੈਂ ਤੁਹਾਨੂੰ ਕਰਵਾ ਰਿਹਾ, ਠੀਕ ਹੈ ਸਟੂਡੈਂਟਸ। ਚਲੋ ਸਟੂਡੈਂਟ ਸਟਾਰਟ ਕਰਦੇ ਹਾਂ। ਇਕਨੋਮਿਕ ਐਕਟੀਵਿਟੀਜ਼ ਕੀ ਹੈ, ਕਹਿੰਦੇ ਇਕਨੋਮਿਕ ਐਕਟੀਵਿਟੀ ਬਿਜ਼ਨਸ ਪ੍ਰੋਫੈਸ਼ਨ ਹੈ, ਬਿਜ਼ਨਸ ਇੰਪਲੋਇਮੈਂਟ ਹੈ, ਪ੍ਰੋਫੈਸ਼ਨ ਇੰਪਲੋਇਮੈਂਟ ਹੈ। ਕਹਿੰਦੇ ਕਿ ਤੁਹਾਨੂੰ ਪਤਾ ਇਕਨੋਮਿਕ ਐਕਟੀਵਿਟੀ ਤਿੰਨ ਚੀਜ਼ਾਂ ਨਾਲ ਮਿਲ ਕੇ ਬਣਦੀ ਹੈ, ਬਿਜ਼ਨਸ ਪ੍ਰੋਫੈਸ਼ਨ ਇੰਪਲੋਇਮੈਂਟ, ਇਸ ਲਈ ਇਹਦਾ ਆਨਸਰ D ਆ ਜਾਏਗਾ। ਕੋਡ ਆਫ ਕੰਡਕਟ ਡਜ਼ ਨਾਟ ਇਨਕਲੂਡ, ਕਹਿੰਦੇ ਕੋਡ ਆਫ ਕੰਡਕਟ ਦੇ ਵਿੱਚ ਕਿਹੜੀ ਚੀਜ਼ ਇਨਕਲੂਡ ਨਹੀਂ ਹੈਗੀ। ਰੂਲ ਇਨਕਲੂਡ ਹੁੰਦਾ, ਡਿਸਓਨੈਸਟੀ, ਇੰਟੀਗ੍ਰਿਟੀ ਇਨਕਲੂਡ ਹੁੰਦੀ ਹੈ, ਮੋਰੈਲਿਟੀ ਇਨਕਲੂਡ ਹੁੰਦੀ ਹੈ, ਡਿਸਓਨੈਸਟੀ ਇਹਦੇ ਵਿੱਚ ਇਨਕਲੂਡ ਨਹੀਂ ਹੁੰਦੀ, ਤਾਂ ਇਸ ਲਈ ਇਹਦਾ B ਆਨਸਰ ਆ ਜਾਏਗਾ, B ਡਿਸਓਨੈਸਟੀ। ਦ ਆਕੂਪੇਸ਼ਨ ਇਨ ਵਿਚ ਦੇਅਰ ਇਜ਼ ਨੋ ਨੀਡ ਆਫ ਕੈਪੀਟਲ ਇਜ਼ ਨੋਨ ਐਜ਼, ਕਹਿੰਦੇ ਇਹਦੇ ਵਿੱਚ ਇਹ ਜਿਹਾ ਕਿਹੜਾ ਆਕੂਪੇਸ਼ਨ ਹੈ ਜਿਹਦੇ ਵਿੱਚ ਕੋਈ ਵੀ ਕੈਪੀਟਲ ਦੀ ਨੀਡ ਨਹੀਂ ਹੁੰਦੀ, ਤਾਂ ਇੰਪਲੋਇਮੈਂਟ 'ਚ ਕੋਈ ਕੈਪੀਟਲ ਦੀ ਲੋੜ ਨਹੀਂ ਹੁੰਦੀ, ਇਹ ਆਨਸਰ ਆ ਜਾਏਗਾ। ਵਿਚ ਪੁਆਇੰਟ ਇਜ਼ ਰਿਲੇਟਡ ਵਿਦ ਦਾ ਰੋਲ ਆਫ ਪ੍ਰੋਫਿਟ ਇਨ ਬਿਜ਼ਨਸ, ਦੇਖੋ ਫॉर लॉन्ग सर्वाइवल, फॉर रैपिड ग्रोथ, फॉर इंक्रीजिंग एफिशिएंसी, सारी चीज़ें लोड़ है, तो इसलिए इसका आंसर D आ जाएगा। बिजनेस की है, बिजनेस इंडस्ट्री प्लस कमर्स, इंडस्ट्री प्लस ट्रेड, ट्रेड प्लस कमर्स, ट्रेड प्लस ट्रेड, तो इंडस्ट्री प्लस कमर्स बिजनेस है। इंडस्ट्री तो कमर्स नाल मिल के जिहड़ा बनदा उहनूं बोलदे ने बिजनेस। विच ऑफ द फॉलोइंग कैन नॉट बी क्लासीफाइड एज जेनेटिक इंडस्ट्री, कहते एनीमल हसबेंडरी, माइनिंग, पोल्ट्री फार्म, प्लांटिंग। देखो सिंपल जी गल तुहानूं समझा रहा कि एनीमल पोल्ट्री तो प्लांटिंग का सिर्फ जो लिविंग ऑर्गेनिज्म तो बनता, पर माइनिंग नहीं बनता, ठीक है, नैचुरल होंदा, इसलिए B आंसर आ जाएगा। क्लीयर है गल। अगे आंदा विच ऑफ द फॉलोइंग इज़ नॉट नोन एज सर्विस इंडस्ट्री, कहते ये किहड़ी सर्विस इंडस्ट्री नहीं है, तो किहड़ी नहीं है, प्रोसैसिंग इंडस्ट्री, बैंकिंग इंडस्ट्री, इंश्योरेंस इंडस्ट्री, एडवरटाइजिंग इंडस्ट्री। तो ये देखो बैंकिंग है कि इंश्योरेंस है कि एडवरटाइजिंग, प्रोसैसिंग इंडस्ट्री कोई सर्विस नहीं होंगी, इसलिए ये आंसर आ जाएगा। इन्होंने नोट पूछा तो ए। कमर्स इनकलूड, कमर्स किहड़ी चीज़ इनकलूड होंदी है, देखो स्टूडेंट्स कमर्स दे विच बिजनेस एंड इंडस्ट्री, बिजनेस एंड ट्रेड, ट्रेड एंड एड्स टू ट्रेड,
ਕਹਿੰਦੇ ਕਮਰਸ 'ਚ ਟ੍ਰੇਡ ਐਂਡ ਏਡਸ ਟੂ ਟ੍ਰੇਡ, ਇਹ ਦੋਨੋਂ ਇਨਕਲੂਡ ਹੁੰਦੇ। ਜੇ ਤੁਸੀਂ ਕਮਰਸ ਦੀ ਡੈਫੀਨੇਸ਼ਨ ਪੜ੍ਹਦੇ ਹੋ ਤਾਂ ਏਡਸ ਤੇ ਟ੍ਰੇਡ ਅਤੇ ਏਡਸ ਟੂ ਟ੍ਰੇਡ ਪੜ੍ਹਦੇ ਹੋ। ਵਿਚ ਆਫ ਦਾ ਫੋਲੋਇੰਗ ਕ੍ਰੀਏਟਸ ਫਾਰਮ ਯੂਟਿਲਿਟੀ, ਕਹਿੰਦੇ ਇਹਦੇ ਵਿੱਚ ਕਿਹੜੀ ਫਾਰਮ ਯੂਟਿਲਿਟੀ ਆ, ਤਾਂ ਇਹ ਇਹਦੇ ਵਿੱਚ ਇੰਡਸਟਰੀ ਫਾਰਮ ਯੂਟਿਲਿਟੀ ਆ, ਤਾਂ ਇਹ ਆਨਸਰ ਆ ਜਾਏਗਾ। ਤਾਂ ਸਾਰਿਆਂ ਨੂੰ ਸਟੂਡੈਂਟਸ ਨੂੰ ਕਲੀਅਰ ਹੋ ਗਿਆ ਹੋਣਾ। ਤਾਂ ਸਟੂਡੈਂਟਸ ਆਈ ਹੋਪ ਸਾਰਿਆਂ ਨੂੰ ਸਮਝ ਆਇਆ ਹੋਊਗਾ। ਇਸ ਟਾਈਪ ਦੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਨੇ MCQs, ਅਤੇ ਹੋਰ ਬਹੁਤ ਸਾਰੇ ਕੇਸ ਸਟੱਡੀਜ਼ ਨੇ, ਆਪਾਂ ਹੌਲੀ ਹੌਲੀ ਕਰਾਂਗੇ, ਠੀਕ ਹੈ। ਅਤੇ ਆਈ ਹੋਪ ਸਾਰਿਆਂ ਨੂੰ ਸਮਝ ਆਇਆ ਹੋਊਗਾ। ਆਪਣਾ ਖਿਆਲ ਰੱਖਣਾ, ਸੁਰੱਖਿਅਤ ਰਹਿਣਾ। ਜੈ ਹਿੰਦ।